नमस्कार, मैं हूं मोबिना महक और आप देख रहे हैं इस वक्त की खबर लुधियाना से। मैस प्रो लाइफ हॉस्पिटल में पहला सफल हार्ट ट्रांसप्लांट 6 जनवरी 2026 को रचा गया चिकित्सा इतिहास। लुधियाना के मैस प्रो लाइफ हॉस्पिटल ने चिकित्सा क्षेत्र में एक ऐतिहासिक उपलब्धि हासिल करते हुए अपना पहला सफल हार्ट ट्रांसप्लांट किया है। यह अत्यंत जटिल सर्जरी 6 जनवरी 2026 को आधुनिक तकनीक और अनुभवी चिकित्सकों की टीम द्वारा सफलतापूर्वक की गई। अस्पताल प्रशासन के अनुसार मरीज लंबे समय से गंभीर हृदय रोग से पीड़ित था और हार्ट फेल्योर की गंभीर स्थिति में जीवन मृत्यु के बीच संघर्ष कर रहा था। सभी आवश्यक चिकित्सकीय जांचों के बाद डॉक्टरों ने हार्ट ट्रांसप्लांट को ही अंतिम और प्रभावी उपचार विकल्प बताया। डोनर हार्ट को तय समय सीमा के भीतर सभी मेडिकल प्रोटोकॉल का पालन करते हुए सुरक्षित रूप से प्राप्त किया गया और सफलतापूर्वक मरीज में प्रत्यारोपित किया गया। कई घंटों तक चली इस सर्जरी को कार्डियोथोरेसिक सर्जरी, एनेस्थीसिया और क्रिटिकल केयर विभागों के विशेषज्ञों की संयुक्त टीम ने अंजाम दिया। अस्पताल के वरिष्ठ हृदय रोग विशेषज्ञों ने बताया कि ऑपरेशन पूरी तरह सफल रहा है। फिलहाल मरीज को आईसीयू में विशेष निगरानी में रखा गया है और उसकी स्थिति स्थिर बनी हुई है। मरीज के स्वास्थ्य में तेजी से सुधार देखा जा रहा है। डॉक्टरों का कहना है कि उपलब्धि न केवल मैस प्रो लाइफ हॉस्पिटल के लिए बल्कि पूरे क्षेत्र के लिए गर्व का विषय है। इससे ये साबित होता है कि अब विश्व स्तरीय हार्ट ट्रांसप्लांट जैसी जटिल सर्जरी भी स्थानीय स्तर पर सफलतापूर्वक संपन्न हो पाई है। अस्पताल प्रबंधन ने इस ऐतिहासिक सफलता के लिए पूरी मेडिकल टीम, नर्सिंग स्टाफ, ट्रांसप्लांट कोऑर्डिनेटर्स और डोनर परिवार के प्रति आभार व्यक्त किया, जिनके सहयोग से ये जीवन रक्षक सर्जरी संभव हो सकी। ये सफल हार्ट ट्रांसप्लांट भविष्य में गंभीर हृदय रोग से पीड़ित मरीजों के लिए नई उम्मीद और नया जीवन लेकर आएगा। टच करके मरीज ਨੂੰ एक्सीलेंट क्वालिटी की लाइफ दे सकते हैं। डॉक्टर मनीष इस बारे ਸਾਨੂੰ ਕੁਝ ਕਲੀਅਰ ਕਰਕੇ। ਡੈਫੀਨਿਟਲੀ ਸਰ ਦੀ ਟੀਚਿੰਗਸ ਹੀ ਨੇ ਜਿਹਦੇ ਨਾਲ ਅਸੀਂ ਹੁਣ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਅਸੀਂ ਆਪਣੇ ਪੇਸ਼ੈਂਟਸ ਦਾ ਦਰਦ ਤੇ ਪੇਨ ਠੀਕ ਕਰ ਪਾ ਰਹੇ ਹਾਂ। ਸਰ ਨੇ ਮਤਲਬ ਸਾਡੇ ਟੀਚਰਸ ਨੂੰ ਟ੍ਰੇਨਿੰਗ ਦਿੱਤੀ ਤੇ ਸਾਨੂੰ ਉਹ ਅੱਗੇ ਮੈਸੇਜ ਮਿਲਿਆ ਕਿ ਤੁਸੀਂ ਰੈਗੂਲਰਲੀ ਨਿਊ ਟੈਕਨੋਲੋਜੀਜ਼ ਹੈ ਉਹਦੇ ਸਿੱਖਣ ਲਈ ਬਾਹਰ ਜਾ ਰਹੇ ਜਾਓ। ਅਸੀਂ ਮੈਂ ਅਮਰੀਕਾ, ਯੂਰਪ ਦੇ ਵਿੱਚ ਕਈ ਸਰਜਨਸ ਨੂੰ ਦੇਖਿਆ ਕਿ ਸਾਡੇ ਪੇਸ਼ੈਂਟ ਨੇ ਜਿਹੜੇ ਉਹ ਨਾਰਮਲੀ ਅਸੀਂ ਸਰਜਰੀ ਕਰਦੇ ਹਾਂ ਉਸ ਤੋਂ ਬਾਅਦ 70-80% ਪੇਸ਼ੈਂਟ ਨੇ ਜਿਨ੍ਹਾਂ ਨੂੰ ਥੋੜਾ ਪੇਨ, ਥੋੜਾ ਲਿੰਪ ਰਹਿ ਜਾਂਦਾ ਹੈ। ਉੱਥੇ ਪੇਸ਼ੈਂਟਸ ਜਿਨ੍ਹਾਂ ਨੇ ਰੋਬੋਟਿਕ ਸਰਜਰੀ ਕਰਵਾਈ, ਪ੍ਰੀਸੀਜ਼ ਕੱਟ ਬਿਲਕੁਲ ਬਰੀਕੀ ਦੇ ਨਾਲ ਉਹ ਕੱਟ ਕਰਦੇ ਸੀ, ਪ੍ਰੋਪਰ ਲਿਗਾਮੈਂਟ ਬੈਲੈਂਸਿੰਗ ਕਰਦੇ ਸੀ ਤੇ ਬਹੁਤ ਹੀ ਛੋਟੇ ਚੀਰੇ ਦੇ ਵਿੱਚ ਬਹੁਤ ਸ਼ਾਰਟ ਟਾਈਮ ਸਰਜਰੀ ਕਰ ਲੈਂਦੇ ਸੀ। ਇਹ ਸਾਰੀ ਜਿਹੜੀ ਟੈਕਨੋਲੋਜੀ ਹੈ ਇਸੇ ਲਈ ਅਸੀਂ ਆਪਣੇ ਇੰਡੀਆ ਦੇ ਵਿੱਚ ਲੁਧਿਆਣੇ ਲੈ ਕੇ ਆਏ। ਰੋਬੋਟਿਕ ਸਰਜਰੀ ਦੇ ਨਾਲ ਅਸੀਂ ਜਿਹੜੇ ਬੋਨੀ ਕੱਟਸ ਹੈ ਬਹੁਤ ਬਰੀਕੀ ਦੇ ਨਾਲ ਕੱਟਦੇ ਹਾਂ। ਨੋਰਮਲੀ ਪੇਸ਼ੈਂਟ ਜਦੋਂ ਆਫਟਰ ਕਨਵੈਨਸ਼ਨਲ ਟ੍ਰੈਡੀਸ਼ਨਲ ਸਰਜਰੀ ਵਾਕਿੰਗ ਕਰ ਸਕਦੇ ਨੇ, ਨੋਰਮਲ ਤੁਰ ਫਿਰ ਸਕਦੇ ਨੇ, ਪਰ ਜਦੋਂ ਉਹ ਉੱਬੜ ਖਾਬੜ ਜ਼ਮੀਨ ਤੇ ਤੁਰਦੇ ਨੇ ਜਾਂ ਹਲਕੀ ਜੀ ਰਨਿੰਗ ਜੋਗਿੰਗ ਕਰਦੇ ਨੇ ਤਾਂ ਉਹ ਗੋਡੇ ਦੇ ਜਾਂ ਮਾਸਪੇਸ਼ੀਆਂ 'ਚ ਪੇਨ ਦੀ ਕੰਪਲੇਂਟ ਕਰਦੇ ਨੇ। ਤਾਂ ਅਲਟੀਮੇਟਲੀ ਉਹ ਹੌਲੀ ਪਰਹੇਜ਼ ਕਰਨ ਲੱਗ ਜਾਂਦੇ ਨੇ ਕਿ ਡਾਕਟਰ ਸਾਹਿਬ ਮੇਰੇ ਤੋਂ ਜ਼ਿਆਦਾ ਨਹੀਂ ਤੁਰਿਆ ਜਾਂਦਾ ਤੇ ਜ਼ਿਆਦਾ ਰਨਿੰਗ ਕਰਦੇ, ਜੋਗਿੰਗ ਕਰਦੇ ਕਿ ਮੇਰੇ ਗੋਡੇ ਵਿੱਚ ਜਾਂ ਥਾਈ ਮਸਲ 'ਚ ਪੇਨ ਹੋਣ ਲੱਗ ਜਾਂਦਾ, ਅਵੋਇਡ ਕਰਨ ਲੱਗ ਜਾਂਦੇ। ਰੋਬੋਟਿਕ ਸਰਜਰੀ ਦੀ ਦੇ ਵਿੱਚ ਦੋ ਪਾਰਟ ਹੁੰਦੇ ਨੇ। ਇੱਕ ਸੈਂਸਰ ਆਰਮ ਹੁੰਦੀ ਹੈ। ਸੈਂਸਰ ਆਰਮ ਕੀ ਕਰਦੀ ਹੈ, ਉਹ ਪੇਸ਼ੈਂਟ ਦੇ ਨੀ ਦੀ 3D ਸਕੈਨਿੰਗ ਕਰਦੀ ਹੈ ਤੇ ਡਾਟਾ ਪ੍ਰੋਸੈਸ ਕਰਕੇ ਉਹਦਾ ਇੱਕ 3D ਮਾਡਲ ਤਿਆਰ ਕੀਤਾ ਜਾਂਦਾ ਹੈ। ਉਹ 3D ਮਾਡਲ ਸਾਨੂੰ ਕਿਵੇਂ ਹੈਲਪ ਕਰਦਾ ਹੈ, ਸਾਨੂੰ ਬੋਨ ਦੀ ਐਗਜ਼ੈਕਟ ਸ਼ੇਪ, ਐਗਜ਼ੈਕਟ ਲਿਗਾਮੈਂਟ ਦੀ ਲੈਕਸਿਟੀ ਤੇ ਐਗਜ਼ੈਕਟ ਬੋਨੀ ਡਿਫੈਕਟਸ ਪਤਾ ਲੱਗ ਜਾਂਦਾ ਹੈ। ਜੋ ਅੱਗੇ ਅਸੀਂ ਕਟਿੰਗ ਕਰਨੀ ਹੈ ਜਾਂ ਲਿਗਾਮੈਂਟ ਬੈਲੈਂਸਿੰਗ ਕਰਨੀ ਹੈ, ਫਾਈਨ ਟਿਊਨਿੰਗ ਹੋ ਜਾਂਦੀ ਹੈ। ਜਿਹੜੀ ਵਰਕਿੰਗ ਆਰਮ ਹੈ ਰੋਬੋਟਿਕ ਦੀ, ਸੈਕੰਡ ਆਰਮ ਵਰਕਿੰਗ ਆਰਮ, ਉਹ ਸਾਨੂੰ ਬਹੁਤ ਹੀ ਬਰੀਕੀ ਦੇ ਨਾਲ, ਸੇਫਟੀ ਦੇ ਨਾਲ ਬੋਨੀ ਕੱਟ ਲੈਣ 'ਚ, ਲਿਗਾਮੈਂਟਸ ਨੂੰ ਬੈਲੈਂਸ ਕਰਨ ਦੇ ਵਿੱਚ ਤੇ ਇੰਪਲਾਂਟ ਦੀ ਪ੍ਰੋਪਰ ਨੈਚੁਰਲ ਪੋਜੀਸ਼ਨਿੰਗ ਦੇ ਵਿੱਚ ਹੈਲਪ ਕਰਦੀ। ਇਹ ਸਰਜਰੀ ਅਸੀਂ 25 ਤੋਂ 30 ਮਿੰਟ ਦੇ ਵਿੱਚ ਕਰ ਸਕਦੇ ਹਾਂ। ਕੋਈ ਵੀ ਮਸਲ ਦੀ ਚੀਰ-ਫਾੜ ਨਹੀਂ ਹੁੰਦੀ, ਕੋਈ ਬਲੀਡਿੰਗ ਨਹੀਂ ਹੁੰਦੀ, ਜਿਸ ਕਰਕੇ ਪੇਸ਼ੈਂਟ ਦੀ ਰਿਕਵਰੀ ਆਮ 4-6 ਹਫ਼ਤੇ ਲੱਗਦੇ ਸੀ, ਹੁਣ ਸਿਰਫ 2 ਤੋਂ 3 ਹਫ਼ਤੇ ਹੀ ਲੱਗਦੇ ਨੇ ਰਿਕਵਰੀ 'ਚ। ਨੈਕਸਟ ਡੇ ਅਸੀਂ ਪੇਸ਼ੈਂਟ ਨੂੰ ਵਾਕਿੰਗ ਸਟਾਰਟ ਕਰਾ ਦਿੰਦੇ ਹਾਂ। ਪੇਸ਼ੈਂਟ ਨੈਕਸਟ ਡੇ ਪੌੜੀਆਂ ਚੜ੍ਹ ਸਕਦਾ ਹੈ, ਚੌਕੜੀ ਮਾਰ ਸਕਦਾ ਹੈ ਤੇ ਅੱਗੇ ਜਿਹੜਾ 5 ਤੋਂ 6 ਦਿਨ ਦੀ ਹਸਪੀਟਲ ਦੀ ਸਟੇ ਸੀਗੀ ਉਹ ਹੁਣ ਸਾਡੀ ਸਿਰਫ 2 ਤੋਂ 3 ਦਿਨ ਦੀ ਰਹਿ ਗਈ। ਇੱਕ ਮੈਂ ਤੁਹਾਨੂੰ ਹੋਰ ਵੀ ਮੈਸੇਜ ਦੇਣਾ ਚਾਹੁੰਦਾ, ਜਿਹੜੇ ਓਬੀਜ਼ ਪੇਸ਼ੈਂਟਸ ਨੇ, ਡਾਇਬਟਿਕ ਪੇਸ਼ੈਂਟਸ ਨੇ, ਲੰਬੇ ਟਾਈਮ ਤੋਂ ਸ਼ੂਗਰ ਹੈ ਜਾਂ ਕਾਰਡਿਕ ਪ੍ਰੋਬਲਮਸ ਨੇ ਜਾਂ ਕੈਂਸਰ ਦਾ ਇਲਾਜ ਕਰਾ ਚੁੱਕੇ ਨੇ, ਉਹਨਾਂ ਦੇ ਅਕਸਰ ਡਾਊਟ ਰਹਿੰਦਾ ਹੈ ਜਾਂ ਡਰ ਰਹਿੰਦਾ ਹੈ ਕਿ ਅਸੀਂ ਗੋਡੇ ਬਦਲਣ ਦੀ ਸਰਜਰੀ ਕਰਾਵਾਂਗੇ ਤਾਂ ਸਾਡਾ ਜ਼ਖਮ ਭਰ ਜੂ, ਕਿ ਸਾਨੂੰ
ਵੀਕਨੈਸ ਤਾਂ ਨਹੀਂ ਬਹੁਤ ਜ਼ਿਆਦਾ ਆ ਜੂਗੀ ਕਿ ਸਾਨੂੰ ਜਿਹੜੀ ਹੈ ਰਿਕਵਰੀ ਬਹੁਤ ਜ਼ਿਆਦਾ ਟਾਈਮ ਤਾਂ ਨਹੀਂ ਲੱਗ ਜੂ। ਉਹਨਾਂ ਪੇਸ਼ੈਂਟਸ ਲਈ ਰੋਬੋਟਿਕ ਸਰਜਰੀ ਬਹੁਤ ਵਰਦਾਨ ਸਾਬਤ ਹੋ ਰਹੀ। ਸ਼ਾਰਟ ਟਾਈਮ ਲੱਗਦਾ ਸਰਜਰੀ ਦਾ, ਬਲੀਡਿੰਗ ਬਹੁਤ ਘੱਟ ਹੋਣ ਕਰਕੇ ਇਹ ਪੇਸ਼ੈਂਟਸ ਵੀ ਸਾਡੇ ਨਾਰਮਲ ਪੇਸ਼ੈਂਟ ਵਾਂਗੂ 2 ਤੋਂ 4 ਹਫ਼ਤੇ 'ਚ ਰਿਕਵਰੀ ਕਰ ਰਹੇ। ਸਾਨੂੰ ਕਿਸੇ ਵੀ ਕੈਂਸਰ ਵਾਲੇ ਪੇਸ਼ੈਂਟਸ ਵੀ, ਡਾਇਬਟਿਕ ਪੇਸ਼ੈਂਟਸ ਵੀ ਕਦੇ ਬਲੱਡ ਟ੍ਰਾਂਸਫਿਊਜ਼ਨ ਦੀ ਜ਼ਰੂਰਤ ਨਹੀਂ ਪਈ, ਕੋਈ ਵੀਕਨੈਸ ਨਹੀਂ ਮਹਿਸੂਸ ਹੁੰਦੀ। ਜਿਹੜੇ ਵੀ ਪੇਸ਼ੈਂਟ ਨੇ ਗੋਡੇ ਦਰਦ ਤੋਂ ਪਰੇਸ਼ਾਨ ਨੇ ਜਾਂ ਗੋਡੇ ਘਸਣ ਦੀ ਪ੍ਰੋਬਲਮ ਤੋਂ ਪਰੇਸ਼ਾਨ ਨੇ, ਲਗਾਤਾਰ ਪੇਨ ਕਿਲਰ ਖਾ ਰਹੇ ਨੇ, ਡਰਦੇ ਨੇ ਕਿ ਡਾਕਟਰ ਸਾਹਿਬ ਸਰਜਰੀ ਕਰਾਵਾਂਗੇ ਕੋਈ ਪ੍ਰੋਬਲਮ ਤਾਂ ਨਹੀਂ ਆ ਜੂਗੀ, ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਰੋਬੋਟਿਕ ਸਰਜਰੀ ਦੇ ਵਿੱਚ ਸਰਜਨ ਦਾ ਐਕਸਪੀਰੀਅੰਸ ਪਲੱਸ ਰੋਬੋਟ ਦੀ ਐਡਵਾਂਸ ਟੈਕਨੋਲੋਜੀ ਦੋਨੋਂ ਮਿਲ ਕੇ ਸਰਜਰੀ ਕਰਦੇ। ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਰੋਬੋਟ ਨੂੰ ਛੱਡ ਦਾਂਗੇ ਕਿ ਸਰਜਰੀ ਕਰੂਗਾ। ਵੀ ਕੰਟਰੋਲ ਦੀ ਰੋਬੋਟ, ਉਸ ਦੀ ਟੈਕਨੋਲੋਜੀ ਜਿਹੜੀ ਅਸੀਂ ਆਪਣੀ ਅੱਖਾਂ ਦੇਖੀ ਦੇ ਨਾਲ ਮਾੜਾ ਜਿਹਾ ਐਰਰ ਕਰ ਸਕਦੇ ਹਾਂ, ਉਹ ਸਾਨੂੰ ਫਾਈਨ ਟਿਊਨਿੰग कराता। मेरा भी दोनों ज्वाइंट रिप्लेस हुए हुए हैं नी के। आई एम एट द एज ऑफ 83, आई हैव गॉट बोथ द नी ज्वाइंट। पर जब मैं अब रोबोटिक ज्वाइंट से जो देखता हूँ पेशेंट्स को कि जिनके रिप्लेस हुए हैं, इसमें और मेरे फंक्शन में बहुत फर्क है। तो खैर कुछ समय आज से 10 साल पहले रोबोटिक्स नहीं था, तो हमें जो हमारा बेस्ट सर्जन था उसने किया। पर हम कहते हैं, हमारी विश तो ये थी कि उस समय भी रोबोटिक होता, खैर वो नहीं था। अब जो है यहाँ पे है और इट शुड बिकम। और ये जो है मुनीश, ये हमारे दयानंद का ही प्रोडक्ट है और मैं तो ये चाहूँगा कि ही शुड बिकम, ही इज ए शार्प सर्जन, ही शुड बिकम an expert in joint replacement. In all the joint replacement, he should become an expert. Or this hospital should become the center of excellence for joint replacement. इसके साथ मेरी सब शुभकामनाएं इस हॉस्पिटल को। थैंक यू सो मच। देखिए, ये जॉइंट रिप्लेसमेंट जो है, इसको हम लोग कहते हैं कॉर्नर स्टोन सर्जरी इन ऑर्थोपेडिक्स। ये सबसे अच्छी एडवांसमेंट जो हुई है ऑर्थोपेडिक्स में ट्रॉमा के बाद, वो हुई है जॉइंट रिप्लेसमेंट। और ये जॉइंट रिप्लेसमेंट जितने अब 30 साल से हो रहे थे, उसमें 10 से 15% लोग अभी भी नाखुश है। वो उसका रीज़न ये है कि उसमें जो भी पहले टेक्निक थी उसमें एक्यूरेसी नहीं थी, क्योंकि हर आदमी का एक अपना अलग जॉइंट होता है और उसमें एक्यूरेसी बहुत ज़रूरी होती है कि उसी की तरह का जॉइंट या उसके नियर बाई जॉइंट बन जाए। तो इसीलिए ये रोबोटिक्स पे ध्यान दिया लोगों का। 30 साल से, पिछले 30 साल से रोबोटिक डेवलप कर रहे हैं और इस समय जो 4 सबसे बड़े अच्छे रोबोटिक सिस्टम्स हैं, उसमें से टॉप पर ये जिमर का रोजा है। और ये जो है इनकी वजह से ही सबसे जो अच्छी चीज़ हुई है कि इस जॉइंट रिप्लेसमेंट में एक्यूरेसी आ गई, क्योंकि हर आदमी का एक डिफरेंट जॉइंट होता है, उसको एक डिफरेंट एक्यूरेसी चाहिए। हर आदमी का एक लिगामेंट डिफरेंट होते हैं, उसको एक डिफरेंट स्टेबिलिटी चाहिए। और इसी ये रोबोटिक्स की वजह से ही ये टाइम भी कम लगता है और एक्यूरेट होता है और रिकवरी अच्छी होती है। तो ये जो हमने आज इनको आकर के पहली चीज मैंने इनको ये मुबारक दी कि आपने सबसे एडवांस दिया है, क्योंकि कंप्यूटर में तो एडवांसमेंट इज द की, कि जो जितना एडवांस सिस्टम रखेगा उसके रिजल्ट उतने अच्छे आएंगे। तो ये जो रोज़ा है ये सबसे एडवांस्ड है और इसमें पहले प्री प्लानिंग में पहले बहुत मुश्किल होती थी, वो अब इसमें इतनी नहीं होती। और दूसरी चीज़ ये है कि इसकी एक्यूरेसी 93% है, कि जो आपके साइज है पैर का, उसमें जिस साइज का इम्प्लांट लगना है वो जितना एक्यूरेट होगा उतना आपका फंक्शन अच्छा आएगा। तो इसमें 93% एक्यूरेसी है। और के बारे में बताएंगे एंड देन प्लीज टेल देम अबाउट द न्यू एडवांसमेंट एंड क्वालिटी रिजल्ट ऑफ द मैच फॉर लाइफ हॉस्पिटल। थैंक यू दिल।
ਤੁਹਾਡਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਐਂਡ ਥੈਂਕ ਯੂ ਸਰ, ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਔਰ ਇਸ ਇਨੋਗ੍ਰੇਸ਼ਨ ਚ ਤੁਸੀਂ ਆਉਣ ਲਈ ਰਜ਼ਾਮੰਦੀ ਦਿੱਤੀ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ। ਅਸੀਂ ਮੈਸ਼ਪੁਰਲਿਕ ਹਸਪੀਟਲ ਚ ਹਰ ਸਾਲ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸੁਸਾਇਟੀ ਚ ਅਸੀਂ ਕੁਝ ਨਵੀਂ ਚੀਜ਼ ਲੈ ਕੇ ਆ ਸਕੀਏ, ਲੋਕਾਂ ਦੀ ਸੇਵਾ ਚ ਹਾਜ਼ਰ ਹੋ ਸਕੀਏ। ਤੇ ਇਸ ਸਾਲ ਅਸੀਂ ਆਰਥੋਪੈਡਿਕ ਡਿਪਾਰਟਮੈਂਟ ਦੇ ਵਿੱਚ ਰੋਜ਼ਾਨਾ ਦਾ ਰੋਬੋਟ ਲੈ ਕੇ ਆਏ ਹਾਂ, ਜੋ ਕਿ ਸਭ ਤੋਂ ਐਡਵਾਂਸ ਰੋਬੋਟ ਹੈ ਹੱਡੀਆਂ ਬਦਲਣ ਦੇ ਵਿੱਚ, ਜੁਆਇੰਟ ਬਦਲਣ ਦੇ ਵਿੱਚ, ਤੇ ਜਿਹਦਾ ਰੋਲ प्रिसीजन ਵਿੱਚ ਬਹੁਤ ਜ਼ਿਆਦਾ ਹੈ। ਇੱਕ ਐਸਾ ਰੋਬੋਟ ਹੈ ਜੋ ਮੈਕਸਿਮਮ ਐਕੂਰੇਸੀ ਦਿੰਦਾ ਹੈ, ਅਪ ਟੂ 93% ਐਕੂਰੇਸੀ ਹੈ, ਜੋ ਕਿ ਕਿਸੇ ਰੋਬੋਟ ਵਿੱਚ ਨਹੀਂ ਹੈ, ਜੋ ਇਸ ਰੋਬੋਟ ਦੇ ਵਿੱਚ ਹੈ। ਤੇ ਇਸ ਰੋਬੋਟ ਨਾਲ ਅਸੀਂ ਜਿਹੜੇ ਨੀ ਰਿਪਲੇਸਮੈਂਟ ਕਰ ਸਕਾਂਗੇ, ਹਿਪ ਰਿਪਲੇਸਮੈਂਟ ਕਰ ਸਕਾਂਗੇ, ਸ਼ੋਲਡਰ ਰਿਪਲੇਸਮੈਂਟ ਕਰ ਸਕਾਂਗੇ, ਬਾਕੀ ਜੁਆਇੰਟ ਦੀ ਰਿਪਲੇਸਮੈਂਟ ਵਾਸਤੇ ਵੀ ਸੌਫਟਵੇਅਰ ਫੀਚਰ ਆਉਂਦੇ ਰਹਿਣਗੇ। ਇਹਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਲੋਕਾਂ ਨੂੰ ਵੀ ਨੀ ਰਿਪਲੇਸਮੈਂਟ ਜਾਂ ਦੂਜੇ ਜੁਆਇੰਟ ਦੀ ਰਿਪਲੇਸਮੈਂਟ ਦੀ ਲੋੜ ਹੈ, ਉਹਨਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ, ਪ੍ਰੀਸਾਈਜ਼ ਢੰਗ ਨਾਲ ਉਹਨਾਂ ਨੂੰ ਸਰਵਿਸ ਦੇ ਸਕੀਏ ਤੇ ਮੈਕਸਿਮਮ ਰਿਜ਼ਲਟਸ, ਮੈਕਸਿਮਮ ਬੈਨੀਫਿਟ ਮਿਲੇ ਮਰੀਜ਼ ਨੂੰ। ਤੇ ਇਸ ਤੋਂ ਬਾਅਦ ਮੈਂ ਸਰ ਨੂੰ ਰਿਕੁਐਸਟ ਕਰਾਂਗਾ, ਸਰ 2 ਵਰਡ ਰਿਗਾਰਡਿੰਗ ਦਾ ਆਰਥੋਪੈਡਿਕ